ਭਗਤ ਸੂਰਦਾਸ ਜੀ ਦਾ ਜਨਮ ਸੀਹੀ ਨਗਰ ਵਲਭਗੜ੍ਹ ਤਹਿਸੀਲ ਜ਼ਿਲ੍ਹਾ ਗੜਗਾਉਂ ਦੇ ਵਿੱਚ ਹੋਇਆ। ਜਿਸ ਨਗਰ ਦੇ ਵਿੱਚ ਇਹ ਜਨਮੇ ਸੰਨ 1530 ਦੇ ਵਿੱਚ। ਭਾਵੇਂ ਅੱਗੇ ਵੀ ਆਪਾਂ ਬੇਨਤੀ ਕਰਦੇ ਹਾਂ, ਵੱਖ-ਵੱਖ ਸੰਨ ਹਨ, ਥੋੜ੍ਹਾ ਥੋੜ੍ਹਾ ਫਰਕ, ਪਰ ਨਿਚੋੜ ਕੱਢ ਕੇ ਜ਼ਿਆਦਾ ਵਿਦਵਾਨ ਜਿਹੜੇ ਸਹਿਮਤ ਹਨ ਉਹ ਇਸ ਨਾਲ ਹਨ ਕਿ ਇਹ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਕਾਲੀ ਹੋਏ। ਉਹਨਾਂ ਦੇ ਨਾਲੋਂ ਬਹੁਤ ਛੋਟੇ ਹਨ ਭਗਤ ਸੂਰਦਾਸ ਜੀ। ਗੁਰੂ ਨਾਨਕ ਸਾਹਿਬ ਜੀ ਦਾ ਜਨਮ 1469 ਵਿੱਚ ਹੋਇਆ, ਇਹਨਾਂ ਦਾ 1530 ਦੇ ਕਰੀਬ ਹੋਇਆ ਭਗਤ ਸੂਰਦਾਸ ਜੀ ਦਾ। ਜਿਸ ਇਲਾਕੇ ਦੇ ਵਿੱਚ ਇਹ ਜਨਮੇ ਉਹ ਇਲਾਕਾ ਲਿਖਤਾਂ ਵਿੱਚ ਲਿਖਿਆ ਹੈ ਕਿ ਪੁਰਾਣੇ ਪੰਜਾਬ ਦਾ ਹਿੱਸਾ ਸੀ। ਪੁਰਾਣਾ ਜਿਹੜਾ ਪੰਜਾਬ ਹੁੰਦਾ ਸੀ, ਮਦਰ ਦੇਸ਼ ਜਾਂ ਉਹਦੇ ਵੱਖ-ਵੱਖ ਨਾਮ, ਪੰਜ ਨਦ ਵੀ ਉਸ ਦਾ ਨਾਮ ਸੀ, 5 ਨਦੀਆਂ ਵਗਦੀਆਂ ਸਨ। ਮਦਰ ਦੇਸ਼ ਵੀ ਇਸ ਨੂੰ ਕਹਿੰਦੇ ਸਨ। ਮਦਰ ਦੇਸ਼ ਹਮ ਕੋ ਲੈ ਆਏ, ਦਸ਼ਮੇਸ਼ ਪਿਤਾ ਬਾਰੇ ਇਹ ਰਚਨਾ ਹੈ ਉਹ ਕਿ ਉਹ ਪਟਨੇ ਤੋਂ ਪੰਜਾਬ ਆ ਗਏ। ਤੇ ਜਿੱਥੇ ਸੀਹੀ ਨਗਰ ਸੂਰਦਾਸ ਜੀ ਦਾ ਜਨਮ ਹੋਇਆ, ਹੋ ਸਕਦਾ ਤਹਿਸੀਲ ਉਦੋਂ ਕੋਈ ਹੋਰ ਹੋਵੇ, ਜ਼ਿਲ੍ਹਾ ਕੋਈ ਹੋਰ ਹੋਵੇ। ਬਾਅਦ ਵਿੱਚ ਇਹ ਹੁਣ ਥਾਂ ਹਰਿਆਣੇ ਵਿੱਚ ਹੈ, ਪਰ ਇਹ ਪੁਰਾਣੇ ਪੰਜਾਬ ਦਾ ਕਹਿੰਦੇ ਹਨ ਕਿ ਹਿੱਸਾ ਰਹੀ ਹੈ ਸੀਹੀ ਨਗਰ। ਉੱਥੇ ਭਗਤ ਜੀ ਦੀ ਯਾਦਗਾਰ ਹੈ ਔਰ ਸਾਲਾਨਾ ਬਹੁਤ ਵੱਡਾ ਸਮਾਗਮ ਇਕੱਠ ਹੁੰਦਾ ਹੈ। ਭਗਤ ਸੂਰਦਾਸ ਜੀ ਬਿੰਦਰਾਬਨ ਦੇ ਇਲਾਕੇ ਵਿੱਚ ਵੀ ਰਹੇ ਹਨ। ਮਥੁਰਾ ਦੇ ਨੇੜੇ ਤੇੜੇ ਦਾ ਇਲਾਕਾ ਬਿੰਦਰਾਬਨ, ਬਰਜ ਦਾ ਇਲਾਕਾ ਵੀ ਉਸ ਨੂੰ ਕਹਿੰਦੇ ਹਨ। ਉਸ ਇਲਾਕੇ ਦੇ 8 ਬਹੁਤ ਸਿਰ ਕੱਢ ਮਸ਼ਹੂਰ ਕਵੀ ਹੋਏ ਹਨ। ਉਹਨਾਂ ਵਿੱਚ ਭਗਤਾਂ ਵਿੱਚੋਂ ਭਗਤ ਪਰਮਾਨੰਦ ਜੀ ਵੀ ਸ਼ਾਮਲ ਹਨ ਔਰ ਇਹਨਾਂ ਦੀ ਗਿਣਤੀ ਵੀ ਉਹਨਾਂ ਵਿੱਚ ਸ਼ੁਮਾਰ ਹੁੰਦੀ। ਸੂਰਦਾਸ ਜੀ ਹਿੰਦੀ ਦੇ, ਫਾਰਸੀ ਦੇ, ਸੰਸਕ੍ਰਿਤ ਦੇ ਪੰਡਤ ਸਨ, ਬਹੁਤ ਵਿਦਵਾਨ ਸਨ। ਇਹਨਾਂ ਦਾ ਜਨਮ ਬ੍ਰਾਹਮਣ ਘਰਾਣੇ ਵਿੱਚ ਹੀ ਮੰਨਿਆ ਜਾਂਦਾ ਔਰ ਬਾਣੀ ਤੋਂ ਵੀ ਇਸ਼ਾਰਾ ਮਿਲਦਾ ਹੈ ਕਿ ਬਾਣੀ ਤੋਂ ਸਾਨੂੰ ਇੱਦਾਂ ਇਸ਼ਾਰਾ ਮਿਲ ਰਿਹਾ, ਪਤਾ ਲੱਗ ਰਿਹਾ ਹੈ। ਇੱਕ ਰਮਜ਼ ਹੈ, ਸਤਿਗੁਰੂ ਜੀ ਨੇ ਕਈ ਕਾਰਨ ਹਨ ਕਿਉਂ ਰੱਖੀ ਹੈ ਵੀ ਜਿਹੜੇ ਬਾਕੀ ਜਾਤਾਂ ਵਿੱਚੋਂ ਸਨ ਉਹਨਾਂ ਦੇ ਨਾਮ ਨਾਲ ਉਹਨਾਂ ਨੇ ਜਾਤ ਦਾ ਵਰਣਨ ਕੀਤਾ ਹੈ, ਉਹਦੇ ਆਪਾਂ ਕਾਰਨ ਬਿਆਨ ਕੀਤੇ ਸੀ। ਪਰ ਜਿਹੜੇ ਭਗਤ ਉੱਚ ਜਾਤੀਆਂ ਵਿੱਚ ਹੋਏ, ਜਿਨ੍ਹਾਂ ਨੂੰ ਪਹਿਲੋਂ ਹੀ ਸੰਸਾਰ ਵੱਲੋਂ ਸੁਭਾਵਿਕ ਹੀ ਸਨਮਾਨ ਦਿੱਤਾ ਜਾਂਦਾ ਸੀ, ਉਹਨਾਂ ਦੇ ਨਾਲ ਉਹਨਾਂ ਨੇ ਜਾਤ ਦਾ ਜ਼ਿਕਰ ਨਹੀਂ ਕੀਤਾ। ਇਹ ਸਾਨੂੰ ਗੁਰਬਾਣੀ ਵਿੱਚੋਂ ਇੱਕ ਇਸ਼ਾਰਾ ਮਿਲਦਾ। ਰਾਮਾਨੰਦ ਜੀ ਬ੍ਰਾਹਮਣਾਂ ਵਿੱਚੋਂ ਹਨ, ਬੇਣੀ ਜੀ ਬ੍ਰਾਹਮਣਾਂ ਵਿੱਚੋਂ ਹਨ, ਸੂਰਦਾਸ ਜੀ ਬ੍ਰਾਹਮਣਾਂ ਵਿੱਚੋਂ ਹਨ, ਪਰਮਾਨੰਦ ਜੀ ਬ੍ਰਾਹਮਣਾਂ ਵਿੱਚੋਂ ਹਨ, ਜੈਦੇਵ ਜੀ ਬ੍ਰਾਹਮਣ ਭਗਤ ਹੋਏ ਹਨ। ਤੇ ਇਹਨਾਂ ਦੇ ਨਾਮ ਨਾਲ ਉਹ ਜਾਤ ਗੋਤ ਨਹੀਂ ਲਾ ਰਹੇ, ਪਰ ਇਹਨਾਂ ਤੋਂ ਬ੍ਰਾਹਮਣ, ਕਿਉਂਕਿ ਬ੍ਰਾਹਮਣਾਂ ਕੋਲੇ ਤੇ ਅਧਿਕਾਰ ਸੀ ਪੜ੍ਹਨ ਲਿਖਣ ਦੇ, ਧਰਮ ਦੇ, ਬਾਕੀਆਂ ਕੋਲੇ ਨਹੀਂ ਸੀ। ਉਹਨਾਂ ਨੂੰ ਪਰਮੇਸ਼ਰ ਨੇ ਕਲਾ ਵਰਤਾ ਕੇ ਉੱਚਾ ਚੁੱਕਿਆ ਔਰ ਇੱਕ ਧਿਰ ਵੱਲੋਂ ਦਾਅਵਾ ਕੀਤਾ ਜਾਂਦਾ ਸੀ ਕਿ ਕੋਈ ਹੋਰ ਧਰਮ ਦੀ ਗੱਲ ਕਰ ਨਹੀਂ ਸਕਦਾ, ਖੋਜ ਨਹੀਂ ਕਰ ਸਕਦਾ, ਜਾਂ ਕਿਸੇ ਨੂੰ ਹੋਰ ਧਰਮ ਦਾ ਗਿਆਨ ਹੋ ਹੀ ਨਹੀਂ ਸਕਦਾ ਵੀ ਉਹ ਰੱਬ ਵੱਲੋਂ ਹੀ ਖਰੇ ਮਾਰੇ ਨੇ। ਇਹ ਵਹਿਮ ਦੂਰ ਕਰਨ ਵਾਸਤੇ ਕਿ ਭਗਤ ਕਿਤੇ ਵੀ ਕੋਈ ਵੀ ਹੋ ਸਕਦਾ ਹੈ, ਤਾਂ ਬਾਕੀ ਜਾਤਾਂ ਵਿੱਚੋਂ ਗੁਰੂ ਘਰ ਨੇ ਨਹੀਂ ਮੰਨੀਆਂ, ਜਿਨ੍ਹਾਂ ਨੂੰ ਸੰਸਾਰ ਛੋਟੀਆਂ ਜਾਤਾਂ ਮੰਨਦਾ ਸੀ, ਉਹਨਾਂ ਵਿੱਚੋਂ ਪਰਮੇਸ਼ਰ ਨੇ ਭਗਤ ਪੈਦਾ ਕੀਤੇ। ਔਰ ਇਹ ਮਿਸਾਲ ਕਾਇਮ ਕਰਨ ਵਾਸਤੇ ਕਿ ਉਦਾਹਰਨ ਹੈ, ਤਾਂ ਉਹਨਾਂ ਦੀ ਜਿਹੜੀ ਜਾਤ ਉਹ ਮੈਨਸ਼ਨ ਕੀਤੀ ਗਈ। ਤਾਂ ਹੀ ਉਹਨਾਂ ਦਾ ਇੱਕ ਇੱਕ ਸ਼ਬਦ ਵਿੱਚ ਇਕੱਠਿਆਂ ਦਾ ਜ਼ਿਕਰ ਵੀ ਆ ਜਾਂਦਾ ਹੈ, ਜਿਵੇਂ ਗੋਬਿੰਦ 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 ਸੰਗ ਨਾਮ ਦੇਉ ਮਨ ਲੀਣਾ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੋਨਨਾ ਤਨਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁੱਲਾ ਜੋ ਲਾਹਰਾ ਭਇਓ ਗੁਨੀ ਗਹੀਰਾ, ਰਵਿਦਾਸ ਢੋਹੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ, ਸੈਨ ਨਾਈ ਬੁੱਤ ਕਾਰਿਆ ਘਰ ਘਰ ਸੁਨਿਆ, ਹਿਰਦੈ ਬਸਿਆ ਪਾਰ ਬ੍ਰਹਮ ਭਗਤਾ ਮੈਂ ਗਨਿਆ, ਇਹ ਬਿੰਦ ਸੁਣ ਕੇ ਜਾਟਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੋਸਾਈਆਂ ਧੰਨਾ ਵਡਭਾਗਾ। ਫਿਰ ਇਸ ਤੋਂ ਇਲਾਵਾ ਇੱਕ ਹੋਰ ਸ਼ਬਦ ਹੈ
ਗੁਰੂ ਅਰਜਨ ਪਾਤਸ਼ਾਹ ਜੀ ਦਾ ਸੁਣ ਸਾਖੀ ਮਨ ਜਪ ਪਿਆਰ, ਉਹਦੇ ਵਿੱਚ ਬਹੁਤ ਸਾਰੇ ਉਹ ਭਗਤਾਂ ਦਾ ਜ਼ਿਕਰ ਕਰਦੇ ਹਨ। ਤਾਂ ਤੇ ਸੂਰਦਾਸ ਜੀ ਬ੍ਰਾਹਮਣ ਘਰਾਣੇ ਦੇ ਨਾਲ ਸੰਬੰਧਿਤ ਮੰਨੇ ਜਾਂਦੇ ਹਨ, ਹੋਏ ਹਨ, ਤਾਂ ਹੀ ਉਹ ਸੰਸਕ੍ਰਿਤ ਦੇ, ਫਾਰਸੀ ਦੇ ਬਹੁਤ ਪੰਡਤ ਸਨ। ਫਾਰਸੀ, ਹਿੰਦੀ, ਸੰਸਕ੍ਰਿਤ ਦੇ ਜਾਣਦੇ ਸਨ। ਫਿਰ ਇਹ ਵੀ ਕਹਿੰਦੇ ਹਨ ਕਿ ਇੰਨੇ ਇਹ ਰੌਸ਼ਨ ਦਿਮਾਗ ਸਨ, ਕਿਉਂਕਿ ਰਾਜੇ ਮਹਾਰਾਜਿਆਂ ਦੇ ਤੇ ਬਾਦਸ਼ਾਹਾਂ ਤੱਕ ਦੇ ਵੀ ਦਰਬਾਰ ਦੇ ਵਿੱਚ ਇਹ ਵਜ਼ੀਰ ਹੁੰਦੇ ਸਨ। ਮੁਸਲਮਾਨਾਂ ਦਾ ਵੇਖੋ ਰਾਜ ਸੀ, ਹਿੰਦੁਸਤਾਨੀਆਂ ਨੂੰ ਭਾਵੇਂ ਉਹ ਲਤਾੜ ਕੇ ਰੱਖਦੇ ਸਨ, ਪਰ ਫਿਰ ਵੀ ਗੁਰਬਾਣੀ ਦੇ ਵਿੱਚ ਵੀ ਇਹ ਗੱਲ ਆਈ ਕਿ ਜਿਹੜੇ ਉੱਚੇ ਵਰਗ ਸਨ ਇਹਨਾਂ ਦੇ, ਉਹ ਤੇ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਅਵਰ ਤੁਮਾਰੀ, ਉਹ ਉਹਨਾਂ ਨਾਲ ਗਾਂਢਾ ਸਾਂਢਾ ਕਰ ਲੈਂਦੇ ਸੀ। ਤਾਂ ਹੀ ਵਜ਼ੀਰ ਖਾਨ ਦੀ ਜਿਹੜੀ ਕਚਹਿਰੀ, ਉਹਦੇ ਵਿੱਚ ਉਹਦੇ ਵਜ਼ੀਰਾਂ ਦੇ ਵਿੱਚ ਹਿੰਦੁਸਤਾਨੀ ਵੀ ਹੈ, ਬ੍ਰਾਹਮਣ ਸੁੱਚਾ ਨੰਦ। ਇਸ ਲਈ ਇਹ ਉੱਚ ਘਰਾਣੇ ਦੇ ਜਿਹੜੇ ਦੋ ਕਸ਼ਤਰੀ ਤੇ ਬ੍ਰਾਹਮਣ ਪੜ੍ਹੇ ਲਿਖੇ ਰੌਸ਼ਨ ਦਿਮਾਗ ਹੋਣ ਕਰਕੇ ਬਾਕੀ ਆਪਣੇ ਜਾਤ ਭਰਾਵਾਂ ਨਾਲ ਜਿਹੜੇ ਹਿੰਦੁਸਤਾਨੀ ਸਨ, ਇਹਨਾਂ ਨੂੰ ਵੰਡਿਆ ਹੋਣ ਕਰਕੇ ਹੀ ਹਿੰਦੁਸਤਾਨ ਦੀ ਸ਼ਕਤੀ ਕਮਜ਼ੋਰ ਹੋਈ ਤੇ ਵਿਦੇਸ਼ੀਆਂ ਦੀ ਜ਼ਰੂਰਤ ਪਈ ਸੀ। ਉਹਨਾਂ ਨੇ ਲੰਮੇ ਸਮੇਂ ਤੇ ਇਹਨਾਂ ਤੇ ਰਾਜ ਕੀਤਾ, ਇਹ ਕਾਰਨ ਸੀ। ਸਤਿਗੁਰੂ ਜੀ ਨੇ ਤੇ ਇਹਨਾਂ ਤੇ ਕਿਰਪਾ ਕੀਤੀ ਹੈ, ਇੱਕ ਲੜੀ ਵਿੱਚ ਇਹਨਾਂ ਨੂੰ ਪਰੋਇਆ। ਆਪਸੀ ਫੁੱਟ ਦਾ ਸ਼ਿਕਾਰ ਸਨ, ਜਾਤ ਪਾਤ ਕਰਕੇ, ਧਰਮ ਕਰਕੇ, ਔਰ ਗੁਰੂ ਘਰ ਨੇ ਕਿਰਪਾ ਕੀਤੀ ਕਿ ਹਿੰਦੁਸਤਾਨ ਨੂੰ ਰਾਜਨੀਤਿਕ ਤੌਰ ਤੇ ਵੀ ਆਜ਼ਾਦ ਕਰਾਇਆ। ਜਿਹੜੀ ਉਹਨਾਂ ਨੇ ਧਰਮ ਦੀ ਦਾਤ ਦਿੱਤੀ, ਉਹ ਤੇ ਸਮਸਤ ਦੁਨੀਆ ਵਾਸਤੇ ਆਪਣੀ ਜਗ੍ਹਾ ਹੈ। ਗੁਰੂ ਘਰ ਦੀ ਵਡਿਆਈ ਜਿਹੜੀ ਹੈ, ਉਹ ਜੋ ਉਹਨਾਂ ਨੇ ਸੱਚ ਦਿੱਤਾ, ਧਰਮ ਦਿੱਤਾ, ਉਸ ਕਰਕੇ। ਪਰ ਨਾਲ ਹੋਰ ਇਸ ਤੋਂ ਇਲਾਵਾ ਸਮਾਜ ਸੁਧਾਰ ਦੇ ਕੰਮ ਵੀ ਬਹੁਤ ਵੱਡੇ ਕੀਤੇ ਕਿ ਹਿੰਦੁਸਤਾਨ ਦੇ ਲੋਕਾਂ ਨੂੰ ਇਹ ਵਿਦੇਸ਼ੀਆਂ ਤੋਂ ਵੀ ਆਜ਼ਾਦੀ ਦਿਵਾਈ, ਔਰ ਜਿਹੜੇ ਵੱਡੇ ਵਰਗ ਛੋਟਿਆਂ ਨੂੰ ਲਤਾੜਦੇ ਸਨ, ਛੋਟਿਆਂ ਨੂੰ ਵੱਡਿਆਂ ਤੋਂ ਬਚਾਇਆ। ਇਸੇ ਕਰਕੇ ਦਸ਼ਮੇਸ਼ ਪਿਤਾ ਨੂੰ 22 ਧਾਰ ਦੇ ਪਹਾੜੀ ਰਾਜਿਆਂ ਦਾ ਬਹੁਤ ਵੱਡਾ ਵਿਰੋਧ ਸਹਿਣਾ ਪਿਆ। ਇਹ ਸਾਰੀਆਂ ਗੱਲਾਂ ਰਿਲੇਟਡ ਇਸ ਨਾਲ। ਸੋ ਸੂਰਦਾਸ ਜੀ ਬਿੰਦਰਾਬਨ ਵਿੱਚ ਵੀ ਰਹੇ ਹਨ। ਫਿਰ ਅਕਬਰ ਦੇ ਸਮੇਂ ਅਕਬਰ ਨੇ ਇਹਨਾਂ ਨੂੰ ਅਵਧ ਇਲਾਕੇ ਦਾ ਸੰਦੀਲਾ ਥਾਂ ਹੈ, ਸੰਦੀਲਾ ਦਾ ਹਾਕਮ ਥਾਪਿਆ ਸੀ ਇਹਨਾਂ। ਸੂਰਦਾਸ ਜੀ ਪੰਡਤ ਹਨ, ਵਿਦਵਾਨ ਹਨ, ਜਾਣਕਾਰੀ ਰੱਖਦੇ ਹਨ, ਬੜੇ ਨੇਕ ਇਮਾਨਦਾਰ ਇਨਸਾਨ ਹਨ, ਔਰ ਰਾਜਨੀਤਿਕ ਤਾਕਤ ਵੀ ਕਿੱਡੀ ਵੱਡੀ ਹੈ, ਅਹੁਦਾ ਕਿੱਡਾ ਵੱਡਾ ਕਿ ਅਵਧ ਇਲਾਕੇ ਵਿੱਚ ਸੰਦੀਲਾ ਦੇ ਹਾਕਮ ਰਹੇ ਨੇ। ਪਰ ਇਹ ਇੰਨੀ ਲਗਨ ਸੀ ਧਰਮ ਦੇ ਨਾਲ, ਇਹ ਲਿਖਣਾ ਚਾਹੁੰਦੇ ਸੀ, ਕੁਝ ਖੋਜ ਕਰਨਾ ਚਾਹੁੰਦੇ ਸੀ, ਸੱਚ ਨਾਲ ਆਪ ਹੋਰ ਜੁੜਨਾ ਚਾਹੁੰਦੇ ਸੀ। ਇਹ ਨਹੀਂ ਵੀ ਕੰਮ ਛੱਡਿਆ, ਕੰਮ ਛੱਡ ਵਿਹਲੇ ਰਹਿਣ ਵਾਸਤੇ ਨਹੀਂ ਛੱਡਿਆ, ਪਰ ਸੰਸਾਰਕ ਕੰਮ ਦੇ ਨਾਲੋਂ ਵੱਡਾ ਕੰਮ ਸੀ ਦੁਨੀਆ ਦੇ ਲੋਕਾਂ ਨੂੰ ਗਿਆਨ ਚਾਹੀਦਾ ਹੁੰਦਾ, ਜਿਹੜਾ ਲੋਕਾਂ ਨੂੰ ਸੱਚ, ਗਿਆਨ, ਵਿਦਿਆ। ਜੇ ਕੋਈ ਇਹ ਕੰਮ ਕਰਦਾ ਹੈ ਤੇ ਇਹ ਬਹੁਤ ਭਲੇ ਦਾ ਤੇ ਵੱਡਾ ਕਾਰਜ ਹੈ। ਫਿਰ ਸੂਰਦਾਸ ਜੀ ਨੇ ਉਹ ਅਹੁਦਾ ਤਿਆਗ ਦਿੱਤਾ ਸੀ, ਆਪਣੀ ਮਰਜ਼ੀ ਦੇ ਨਾਲ ਹਾਕਮ ਦੀ ਜੋ ਨੌਕਰੀ ਸੀ, ਅਹੁਦਾ ਸੀ, ਉਸ ਨੂੰ ਤਿਆਗ ਕੇ ਇਹ ਸਾਰਾ ਸਮਾਂ ਭਗਤੀ ਭਾਵ ਦੇ ਵਿੱਚ ਲੱਗ ਗਿਆ। ਬੰਦਗੀ ਕਰਦੇ ਹਨ, ਭਗਤੀ ਕਰਦੇ ਹਨ, ਖੋਜ ਕਰਦੇ ਹਨ। ਇਹਨਾਂ ਨੇ ਗ੍ਰੰਥ ਲਿਖੇ। ਇਹਨਾਂ ਦਾ ਮਸ਼ਹੂਰ ਜਿਹੜਾ ਲਿਖਤਾਂ ਦਾ ਗ੍ਰੰਥ ਹੈ, ਇਹ ਕ੍ਰਿਸ਼ਨ ਭਗਤ ਹੋਏ ਨੇ। ਸ਼ੁਰੂ ਵਿੱਚ ਕ੍ਰਿਸ਼ਨ ਦੇ ਭਗਤ ਸਨ, ਔਰ ਫਿਰ ਅੱਗੇ ਤੋਂ ਅੱਗੇ ਜਿਵੇਂ ਮੱਤ ਚੱਲਦੇ, ਵੈਸ਼ਨਵ ਮੱਤ ਜਿਹੜਾ ਚੱਲਦਾ ਸੀ, ਉਸ ਦੇ ਨਾਲ ਵੀ ਸੰਬੰਧਿਤ ਰਹੇ ਨੇ। ਤਾਂ ਇਹਨਾਂ ਨੇ ਬਹੁਤ ਹੀ ਲਿਖਤਾਂ ਤੇ ਕਵਿਤਾਵਾਂ ਲਿਖੀਆਂ ਹਨ। ਇਹਨਾਂ ਦਾ ਮਸ਼ਹੂਰ ਜਿਹੜਾ ਗ੍ਰੰਥ ਹੈ, ਉਹ ਅੱਜ ਤੱਕ ਛਾਪਿਆ ਜਾਂਦਾ ਹੈ, ਉਹਦੇ ਉਲੱਥੇ ਹੁੰਦੇ ਹਨ, ਉਸ ਨੂੰ ਗਾਇਆ ਜਾਂਦਾ ਹੈ ਹਿੰਦੁਸਤਾਨ ਵਿੱਚ। ਉਹ ਸੂਰ ਸਾਗਰ ਹੈ, ਕਿਉਂਕਿ ਸੂਰਦਾਸ ਇਹਨਾਂ ਦਾ ਨਾਮ ਹੈ, ਤੇ ਇਹਨਾਂ ਨੇ ਜਿਹੜਾ ਗ੍ਰੰਥ ਰਚਿਆ ਹੈ ਉਸ ਦਾ ਨਾਮ ਸੂਰ ਸਾਗਰ ਹੈ। ਇੱਥੇ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਬਦ ਦਰਜ ਹੈ, ਜਦੋਂ ਸੂਰ ਸਾਗਰ ਦੇ ਵਿੱਚ ਵਿਦਵਾਨਾਂ ਨੇ ਖੋਜ ਕੀਤੀ ਹੈ, ਉੱਥੇ ਵੀ ਇਹ ਸ਼ਬਦ ਵੀ ਹੈ, ਪਰ ਥੋੜ੍ਹੇ ਫਰਕ ਦੇ ਨਾਲ ਇਹ ਸ਼ਬਦ ਵੀ ਹੈ, ਪਰ ਹੋਰ ਰਚਨਾ ਬਹੁਤ ਹੈ। ਆਪਾਂ ਉਹਨਾਂ ਦੀ ਰਚਨਾ ਦੇ ਵੀ ਦੀਦਾਰ ਕਰਾਂਗੇ, ਕਿਉਂਕਿ ਖੋਜ ਅਜੇ ਜਾਰੀ ਹੈ। ਵਿਦਵਾਨਾਂ ਨੇ ਇਹ ਵੀ ਮੰਨਿਆ ਹੈ ਕਿ ਜਦੋਂ ਪੰਜਵੇਂ ਪਾਤਸ਼ਾਹ ਜੀ ਆਦਿ ਬੀੜ ਤਿਆਰ ਕਰ ਰਹੇ ਸਨ, ਤੇ ਕਿਉਂਕਿ ਇਹ ਭਗਤ ਸਨ,
ਸਾਧ ਸੰਤ ਇੱਧਰ ਉੱਧਰ ਜਾਂਦੇ ਰਹਿੰਦੇ ਸਨ ਔਰ ਇਹ ਗੁਰੂ ਪਾਤਸ਼ਾਹ ਜੀ ਦੇ ਸਮਕਾਲੀ ਵੀ ਹੋਏ ਹਨ। ਤੇ ਅਜੇ ਖੋਜ ਜਾਰੀ ਹੈ, ਪਰ ਇਹ ਵਿਦਵਾਨਾਂ ਨੇ ਗੱਲ ਲਿਖੀ ਹੈ, ਕਹੀ ਹੈ ਕਿ ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਪੰਜਵੇਂ ਪਾਤਸ਼ਾਹ ਜੀ ਬੀੜ ਤਿਆਰ ਕਰ ਰਹੇ ਹਨ, ਇਹ ਬਿੰਦਰਾਬਨ ਤੋਂ ਚੱਲ ਕੇ ਅੰਮ੍ਰਿਤਸਰ ਵੀ ਆਉਣਾ, ਇਹਨਾਂ ਦਾ ਇਸ ਬਾਰੇ ਵੀ ਜ਼ਿਕਰ ਚੱਲਦਾ। ਪਰ ਇਹ ਤੇ ਸੁਭਾਵਿਕ ਹੀ ਹੈ ਕਿ ਇਹਨਾਂ ਦੇ ਕੋਲੋਂ ਇਹ ਸਮਕਾਲੀ ਹੋਏ ਤੇ ਜ਼ਰੂਰ ਗੁਰੂ ਘਰ ਨੇ ਇਹਨਾਂ ਦੇ ਹੱਥੋਂ ਹੀ ਇਹਨਾਂ ਦੀ ਲਿਖਤ ਜਿਹੜੀ ਹੈ ਉਹ ਹਾਸਲ ਕੀਤੀ ਹੋਵੇ, ਕਿਉਂਕਿ ਇਹ ਉਦੋਂ ਮੌਜੂਦ ਸੀ ਗੁਰੂ ਪਾਤਸ਼ਾਹ ਜੀ ਦੇ ਵੇਲੇ। ਇਹਨਾਂ ਦੇ ਜਨਮ ਦੇ ਸਨ ਦਾ ਪਤਾ ਲੱਗਦਾ, ਪਰ ਚਲਾਣੇ ਦੇ ਸਨ ਬਾਰੇ ਅਜੇ ਪੂਰੀ ਤਰ੍ਹਾਂ ਖੋਜ ਸਾਹਮਣੇ ਨਹੀਂ ਆਈ, ਮਤਭੇਦ ਹਨ। ਤੇ ਇਹ ਜਿਹੜਾ ਜ਼ਿਕਰ ਚੱਲਦਾ ਕਿ ਪੰਜਵੇਂ ਪਾਤਸ਼ਾਹ ਜੀ ਦੇ ਦੀਦਾਰ ਕਰਨ ਵਾਸਤੇ ਆਏ, ਹੋ ਸਕਦਾ ਕਿ ਜੇ 1530 ਵਿੱਚ ਇਹਨਾਂ ਦਾ ਜਨਮ ਹੋਇਆ ਤੇ 1604 ਦੇ ਵਿੱਚ ਪਹਿਲਾ ਪ੍ਰਕਾਸ਼ ਹੋਇਆ, ਤੇ ਹੋ ਵੀ ਸਕਦਾ ਕਿ ਉਦੋਂ ਤੱਕ ਇਹ ਜ਼ਿੰਦਾ ਰਹੇ ਹੋਣ। ਭਗਤ ਸੂਰਦਾਸ ਜੀ, ਤੇ ਇਹਨਾਂ ਦਾ ਸੀਹੀ ਵਿੱਚ ਨਗਰ ਹੈ, ਬਰਿੰਦਾਬਨ ਵਿੱਚ ਇਹਨਾਂ ਦੀਆਂ ਯਾਦਾਂ ਹਨ, ਬਹੁਤ ਇਹਨਾਂ ਦੀ ਰਚਨਾ ਹੈ। ਸੂਰ ਸਾਗਰ ਇਹਨਾਂ ਦਾ ਗ੍ਰੰਥ ਹੈ ਔਰ ਅਵਧ ਦੇ ਜਿਵੇਂ ਹਾਕਮ ਰਹੇ ਹਨ ਤੇ ਇਹਨਾਂ ਬਾਰੇ ਬਹੁਤ ਲਿਖਤਾਂ ਮਿਲ ਜਾਂਦੀਆਂ। ਆਪਾਂ ਜਿਹੜੀ ਜ਼ਰੂਰੀ ਉਸ ਦਾ ਜ਼ਿਕਰ ਕੀਤਾ ਹੈ ਸੰਖੇਪ। ਹੁਣ ਇਹਨਾਂ ਦੀ ਬਾਣੀ ਬਾਕੀ ਭਗਤਾਂ ਵਾਂਗ ਬਾਹਰ ਰਚਨਾ ਵੀ ਬਹੁਤ ਹੈ, ਪਰ ਗੁਰੂ ਘਰ ਨੇ ਉਹੀ ਬਾਣੀ ਪ੍ਰਾਪਤ ਕੀਤੀ ਹੈ ਭਗਤਾਂ ਦੀ, ਇੱਕ ਤੇ ਜਿਹੜੀ ਖਾਸ ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ ਲਿਖੀ, ਉਹ ਬਾਣੀ ਗੁਰੂ ਘਰ ਨੇ ਪ੍ਰਵਾਨ ਕੀਤੀ। ਉਹਦਾ ਭਾਵ ਕੀ ਹੁੰਦਾ? ਇੱਕ ਐਗਜ਼ਾਮਪਲ ਵਜੋਂ ਆਪਾਂ ਸਮਝ ਲਈਏ ਕਿ ਇੱਕ ਬੱਚਾ ਪਹਿਲੀ ਵਿੱਚ, ਦੂਜੀ ਵਿੱਚ, ਤੀਜੀ ਵਿੱਚ ਪ੍ਰਾਇਮਰੀ ਦਾ ਵਿਦਿਆਰਥੀ, ਉਸ ਨੂੰ ਪ੍ਰਾਇਮਰੀ ਦੇ ਹਿਸਾਬ ਨਾਲ ਗਿਆਨ, ਇੱਕ ਹਾਇਰ ਸੈਕੰਡਰੀ ਕੀਤੀ ਹੈ, ਇੱਕ ਨੇ ਅੱਗੇ ਡਿਗਰੀ ਕੀਤੀ ਹੈ, ਇੱਕ ਨੇ PhD LLB ਜਾਂ ਹੋਰ ਅੱਗੇ ਕੋਈ ਵੱਡੀ ਡਿਗਰੀ ਕੀਤੀ, ਤੇ ਆਪਾਂ ਮੰਨਦੇ ਹਾਂ ਕਿ ਉਸ ਦੀ ਨੌਲੇਜ ਦਾ, ਗਿਆਨ ਦਾ ਫਰਕ ਹੁੰਦਾ। ਇਸੇ ਤਰ੍ਹਾਂ ਜਿਹੜਾ ਸੰਸਾਰਕ ਨੌਲੇਜ, ਵਿਦਿਆ ਤੇ ਧਰਮ ਦਾ ਜਿਹੜਾ ਗਿਆਨ ਹੈ, ਉਸ ਦਾ ਵੀ ਇੱਦਾਂ ਦਰਜਾ ਹੁੰਦਾ। ਗੁਰੂ ਘਰ ਨੇ ਉਸ ਦਰਜੇ ਤੇ ਜਾ ਕੇ ਜਿਹੜੀ ਰਚਨਾ, ਜਿੱਥੇ ਭਗਤ ਬਿਲਕੁਲ ਇੱਕ ਮਿੱਕ ਹੋ ਗਏ, ਉੱਚਾ ਆਤਮਿਕ ਦਰਜਾ ਉਹਨਾਂ ਨੇ ਹਾਸਲ ਕਰ ਲਿਆ, ਜਿੱਥੇ ਫਿਰ ਉਹ ਨਹੀਂ ਬੋਲੇ, ਉਹ ਬੁਲਾਇਆ ਬੋਲੇ, ਉਹ ਰਚਨਾ ਉਹਨਾਂ ਦੀ ਗੁਰੂ ਘਰ ਨੇ ਪ੍ਰਵਾਨ ਕੀਤੀ। ਉਸ ਤੋਂ ਪਹਿਲੀ ਇੱਕ ਆਮ ਕਵੀ ਹਿਰਦਾ ਜਿਹੜਾ, ਉਹ ਵੀ ਸਿੱਖਿਆਦਾਇਕ ਹੈ, ਪਰ ਉਹਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਨਹੀਂ ਕੀਤਾ। ਜਿਵੇਂ ਭਾਈ ਗੁਰਦਾਸ ਦੀਆਂ ਵਾਰਾਂ ਨੂੰ ਵੀ ਦਰਜ ਨਹੀਂ ਕੀਤਾ, ਉਹ ਗੁਰੂ ਪਾਤਸ਼ਾਹ ਦੇ ਸਮਕਾਲੀ ਨੇ। ਪਾਤਸ਼ਾਹੀਆਂ ਦੇ ਤੀਸਰੇ ਪਾਤਸ਼ਾਹ ਤੋਂ ਲੈ ਕੇ ਪੰਜਵੇਂ ਪਾਤਸ਼ਾਹ ਤੱਕ ਉਹਨਾਂ ਦੀ ਗੁਰੂ ਘਰ ਦੇ ਨਾਲ, ਗੁਰੂ ਪਾਤਸ਼ਾਹ ਨਾਲ ਗੂੜੀ ਰਿਸ਼ਤੇਦਾਰੀ ਵੀ ਹੈ, ਔਰ ਗੁਰੂ ਘਰ ਦੇ ਅਨੰਨ ਸਿੱਖ ਵੀ ਨੇ, ਪ੍ਰਚਾਰਕ ਵੀ ਨੇ, ਬਹੁਤ ਵੱਡਾ ਯੋਗਦਾਨ ਹੈ ਸਿੱਖੀ ਵਿੱਚ। ਪਰ ਉਹਨਾਂ ਦੀਆਂ ਵਾਰਾਂ ਸਾਡਾ ਮਾਰਗਦਰਸ਼ਨ ਕਰਦੀਆਂ ਹਨ, ਗੁਰਬਾਣੀ ਦੀ ਵਿਆਖਿਆ ਸਰੂਪ ਵੀ ਮੰਨੀਆਂ ਜਾਂਦੀਆਂ ਹਨ, ਉਹਨਾਂ ਵਿੱਚ ਇਤਿਹਾਸ ਵੀ ਹੈ, ਪਰ ਵੇਖੋ ਬਾਣੀ ਵਿੱਚ ਦਰਜ ਨਹੀਂ ਹੋਈ। ਤੇ ਭਗਤਾਂ ਦੀ ਉਹ ਰਚਨਾ ਜਿਹੜੀ ਗੁਰੂ ਘਰ ਦੀ ਕਸਵੱਟੀ ਤੇ ਖਰੀ ਉਤਰਦੀ ਸੀ, ਔਰ ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ ਜਿਹੜੀ ਉਚਾਰੀ। ਸੋ ਭਗਤ ਸੂਰਦਾਸ ਜੀ ਨੇ ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ ਜੋ ਗੱਲ ਕਹੀ, ਔਰ ਜੋ ਗੁਰੂ ਘਰ ਦੀ ਕਸਵੱਟੀ ਤੇ ਖਰੀ ਉਤਰਦੀ ਸੀ, ਉਸ ਦੇ ਆਪਾਂ ਹੁਣ ਦੀਦਾਰ ਕਰਦੇ ਹਾਂ। ਛਾੜ ਮਨ, ਇਸ ਤੋਂ ਪਹਿਲਾਂ ਜਿਵੇਂ ਸਰਲੇਖ ਆਇਆ ਸੀ ਨਾ, ਸਰਲੇਖ ਤੋਂ ਪਹਿਲਾਂ ਇੱਕ ਪੰਕਤੀ ਚਾਹੀਦੀ ਹੈ। ਛਾੜ ਮਨ ਹਰ ਬੇਮੁਖਨ ਕੋ ਸੰਗ, ਇਹ ਤੇ ਤੁਸੀਂ ਗਾ ਲਓ, ਯਾਦ ਹੀ ਹੋ ਜਾਏਗੀ। ਸਾਰੇ ਪੜੋ। ਛਾੜ ਮਨ ਹਰ ਬੇਮੁਖਨ ਕੋ ਸੰਗ, ਇਹਨਾਂ ਦੀ ਉਚਾਰਨ ਕੀਤੀ ਕੇਵਲ ਇੱਕ ਪੰਕਤੀ ਇਹੀ ਦਰਜ ਹੈ ਬਾਣੀ ਵਿੱਚ, ਪਰ ਇਹਨਾਂ ਦਾ ਜਿਹੜਾ ਆਪਣਾ ਗ੍ਰੰਥ, ਉੱਥੇ ਰਚਨਾ ਬਹੁਤ, ਉੱਥੇ ਇਹ ਪੂਰਾ ਸ਼ਬਦ ਹੈ ਇੱਕ। ਕਿਉਂਕਿ ਪੁਰਾਤਨ ਜਿਹੜੀਆਂ ਬੀੜਾਂ, ਉਹਨਾਂ ਵਿੱਚ ਬੰਨੋ ਵਾਲੀ ਬੀੜ ਵੀ ਇੱਕ ਮਸ਼ਹੂਰ ਹੈ, ਤੇ ਉਸ ਵਿੱਚ ਵੀ ਪੂਰਾ ਸ਼ਬਦ ਹੈ ਫਰਕ ਦੇ ਨਾਲ। ਪਰ ਗੁਰਬਾਣੀ ਮੁਤਾਬਕ ਜਾਂ ਜੋ ਵਿਦਵਾਨਾਂ ਨੇ ਮੰਨਿਆ, ਖੋਜ ਹੈ, ਔਰ ਗੁਰਬਾਣੀ ਵਿੱਚੋਂ ਜੋ ਦੀਦਾਰ ਹੁੰਦੇ ਹਨ, ਇੱਥੇ ਭਗਤ ਸੂਰਦਾਸ ਜੀ ਦੀ ਇਹ ਕੇਵਲ ਇੱਕ ਹੀ ਪੰਕਤੀ ਹੈ।
ਉੱਚੀ ਆਤਮਿਕ ਅਵਸਥਾ ਵਿੱਚ ਜਾ ਕੇ ਇੱਕ ਪੰਕਤੀ ਵੀ ਜੇ ਉਚਾਰਨ ਕੀਤੀ ਆ ਤੇ ਉਹਨਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਗਿਆ। ਔਰ ਜੇ ਗੁਰਬਾਣੀ ਦੀ ਕਸਵੱਟੀ ਤੇ ਖਰੀ ਉਤਰ ਰਹੀ ਹੈ ਤੇ ਉਹਨਾਂ ਦੀ ਰਚਨਾ ਵਿੱਚ ਉਹਨਾਂ ਦੀ ਇੱਕ ਪੰਕਤੀ ਵੀ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਬਾਕੀ ਗੁਰੂ ਸਾਹਿਬਾਨ ਨੇ ਜਦੋਂ ਵੀ ਉਹਨਾਂ ਦੀ ਬਾਣੀ ਪ੍ਰਾਪਤ ਹੋਈ ਉਹ ਲੈ ਕੇ ਤੇ ਪੰਜਵੇਂ ਪਾਤਸ਼ਾਹ ਨੇ ਦਰਜ ਕੀਤੀ ਹੈ। ਛਾੜ ਮਨ ਹਰ ਬੇਮੁਖਨ ਕੋ ਸੰਗ। ਪਰ ਹੁਣ ਆਪਾਂ ਅੱਗੇ ਚੱਲਦੇ ਹਾਂ। ਇਸ ਤੋਂ ਸਾਰੰਗ ਮਹੱਲਾ ਪੰਜਵਾਂ ਸੂਰਦਾਸ ਪਹਿਲੋਂ ਪੰਕਤੀ ਹੈ, ਫਿਰ ਇਹ ਸਿਰਲੇਖ ਹੈ। ਸਾਰੰਗ ਮਹੱਲਾ ਪੰਜਵਾਂ ਰਾਗ ਸਾਰੰਗ ਦੇ ਵਿੱਚ ਹੈ ਤੇ ਪੰਜਵੇਂ ਪਾਤਸ਼ਾਹ ਸ਼ਬਦ ਲਿਖ ਰਹੇ। ਸਾਨੂੰ ਦੋ ਥਾਵਾਂ ਤੇ ਇਹ ਮਰਿਆਦਾ ਮਿਲਦੀ। ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਆਪਾਂ ਪਾਠ ਕਰੀਏ ਜ਼ਰੂਰ ਪਾਠ ਕਰਿਓ। ਜਿਹੜੀ ਉਹਨਾਂ ਦੀ ਸੰਪਾਦਨਾ ਹੈ, ਜਿਹੜੀ ਉਹ ਤਰਤੀਬ ਹੈ, ਉਹ ਬੜੀ ਕਮਾਲ ਦੀ ਹੈ, ਖਾਸ ਤਰਤੀਬ ਹੈ। ਗੁਰੂਆਂ ਦੀ, ਭਗਤਾਂ ਦੀ ਵਾਰਾਂ ਤਰਤੀਬ ਕੀ ਰੱਖੀ ਆ ਕਿ ਤਰਤੀਬ ਇਹ ਰੱਖੀ ਗਈ ਹੈ ਜਿਸ ਤਰਤੀਬ ਦੇ ਵਿੱਚ ਕੋਈ ਦੁਨੀਆ ਵਿੱਚ ਆਇਆ, ਇੱਕ ਤੇ ਉਹ ਤਰਤੀਬ ਰੱਖੀ ਹੈ। ਗੁਰੂ ਨਾਨਕ ਸਾਹਿਬ ਜੀ ਪਹਿਲੋਂ ਸੰਸਾਰ ਤੇ ਆਏ, ਉਸ ਹਿਸਾਬ ਦੇ ਨਾਲ ਵੀ ਤਰਤੀਬ ਰੱਖੀ ਹੈ। ਫਿਰ ਦੂਸਰਾ, ਜਿਸ ਹਿਸਾਬ ਨਾਲ ਕਿਸੇ ਨੂੰ ਬ੍ਰਹਮ ਗਿਆਨ ਹੋਇਆ, ਪਹਿਲੋਂ ਕਿਹਨੂੰ ਹੋਇਆ, ਫਿਰ ਉਸ ਤੋਂ ਅੱਗੇ ਕਿਸ ਨੂੰ ਬ੍ਰਹਮ ਗਿਆਨ ਹੋਇਆ, ਫਿਰ ਕਿਸ ਨੂੰ ਬ੍ਰਹਮ ਗਿਆਨ ਹੋਇਆ, ਉਸ ਹਿਸਾਬ ਦੇ ਨਾਲ ਬਾਣੀ ਵਿੱਚ ਤਰਤੀਬ ਹੈ। ਭਗਤ ਬਾਣੀ ਚੱਲਦੀ ਤੇ ਉਹਨਾਂ ਦੀ ਤਰਤੀਬ ਹੀ ਚੱਲਦੀ ਹੈ। ਜੇ ਗੁਰੂ ਪਾਤਸ਼ਾਹ ਦੇ ਸ਼ਬਦ ਚੱਲਦੇ ਆ, ਅਸ਼ਟਪਦੀਆਂ ਚੱਲਦੀਆਂ ਨੇ, ਛੰਤ ਚੱਲਦੇ ਹਨ, ਫਿਰ ਵਾਰਾਂ ਚੱਲਦੀਆਂ ਹਨ। ਇਹ ਇੱਦਾਂ ਪੂਰਾ ਨਹੀਂ ਸਮਝਾਇਆ ਜਾ ਸਕਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰੀਏ ਔਰ ਇਸ ਚੀਜ਼ ਨੂੰ ਧਿਆਨ ਵਿੱਚ ਰੱਖ ਕੇ ਕਰੀਏ ਕਿ ਉਹਦੀ ਤਰਤੀਬ ਕੀ ਹੈ, ਦਰਜਾ ਬਾ ਦਰਜਾ, ਕਿਸ ਪੜਾਅ ਵਿੱਚ ਬਾਣੀ ਲਿਖੀ ਆ, ਬਾਣੀਕਾਰਾਂ ਦੀ ਉਹਦੇ ਵਿੱਚ ਤਰਤੀਬ ਕਿੱਦਾਂ ਆ ਰਹੀ, ਉਸ ਨੂੰ ਧਿਆਨ ਵਿੱਚ ਰੱਖ ਕੇ ਪਾਠ ਕਰੀਏ ਤੇ ਬਹੁਤ ਹੀ ਵਿਸਮਾਦ ਹੁੰਦਾ। ਬੜੀ ਅਚਰਜ ਰਚਨਾ ਹੈ ਉਹਦੀ ਤਰਤੀਬ। ਪਰ ਇਹ ਤਰਤੀਬ ਤੋਂ ਹਟ ਕੇ ਆ ਵਿੱਚ ਗੱਲ ਆਈ, ਜੋ ਗੁਰਬਾਣੀ ਦੀ ਬਕਾਇਦਾ ਤਰਤੀਬ ਚੱਲ ਰਹੀ ਹੈ ਉਸ ਤੋਂ ਹਟ ਕੇ ਇਹ ਗੱਲ ਹੈ ਕਿ ਇੱਥੇ ਭਗਤ ਬਾਣੀ ਦੇ ਵਿੱਚ ਪੰਜਵੇਂ ਪਾਤਸ਼ਾਹ ਦਾ ਸ਼ਬਦ ਆ ਰਿਹਾ। ਭਗਤ ਜੀ ਦੀ ਤੇ ਇੱਕ ਪੰਕਤੀ ਹੈ, ਪਰ ਜਦੋਂ ਅਸੀਂ ਦੂਸਰਾ ਗ੍ਰੰਥ ਵੇਖਦੇ ਹਾਂ ਉਸ ਵਿੱਚ ਹੁਣ ਜਿਹੜਾ ਸ਼ਬਦ ਚੱਲੇਗਾ ਉਹਦੇ ਨਾਲ ਮਿਲਦਾ ਜੁਲਦਾ ਸ਼ਬਦ ਹੈ। ਪਰ ਉੱਥੇ ਕੱਚ ਸੀ, ਕੱਚ ਵਾਲੀ ਤਾਂ ਹੀ ਨਹੀਂ ਲਿਖੀ ਜਿੱਥੇ ਜਿਹਦੇ ਵਿੱਚ ਬਿਲਕੁਲ ਪਰਪੱਕ ਸੀ, ਜੋ ਪੱਕ ਉਹ ਪੰਕਤੀ ਇੱਕ ਲਿਖ ਦਿੱਤੀ ਹੈ। ਉੱਥੇ ਜਿਹੜਾ ਪੂਰਾ ਸ਼ਬਦ ਚੱਲਦਾ ਉਹਦੇ ਵਿੱਚ ਗੱਲ ਇੱਦਾਂ ਦੀ ਚੱਲਦੀ ਆ। ਆਉਣ ਵਾਲੇ ਸਮੇਂ 'ਚ ਆਪਾਂ ਉਹ ਰਚਨਾ ਵੀ ਪੜ੍ਹ ਲਵਾਂਗੇ ਜਾਂ ਸਾਹਮਣੇ ਉਸ ਦੇ ਦੀਦਾਰ ਕਰ ਲਾਂਗੇ। ਭਗਤ ਜੀ ਜਦੋਂ ਉੱਥੇ ਇਹ ਜ਼ਿਕਰ ਕਰਦੇ ਆ ਵਿਗੜੇ ਲੋਕਾਂ ਦਾ, ਤੇ ਜਿਹੜਾ ਉਹਨਾਂ ਦੇ ਗ੍ਰੰਥ ਦੇ ਵਿੱਚ ਉਹ ਸ਼ਬਦ ਦਰਜ ਹੈ ਉਹਦੇ ਵਿੱਚ ਨਾ ਉਹ ਸੁਧਾਰ ਦੀ ਆਸ ਦੀ ਗੱਲ ਨਹੀਂ ਕਰਦੇ। ਜਦੋਂ ਵਿਗੜੇ ਲੋਕਾਂ ਦੀ ਉਹਨਾਂ ਵਿਸ਼ੇ ਵਿਕਾਰਾਂ ਦੇ ਲੋਕਾਂ ਦੀ ਗੱਲ ਕੀਤੀ ਹੋਈ ਆ, ਉੱਥੇ ਇਹਦੇ ਨਾਲ ਮਿਲਦਾ ਜੁਲਦਾ ਉੱਥੇ ਉਹਨਾਂ ਦਾ ਪਦਾ ਹੈ ਰਚਨਾ। ਉੱਥੇ ਵਿੱਚ ਉਹ ਆਂਦੇ ਵੀ ਨਹੀਂ ਇਹ ਬੰਦੇ ਵਿਗੜੇ ਆ, ਪਰ ਇਹਨਾਂ ਦੀ ਹਾਲਤ ਜਿਵੇਂ ਵਾਰਿਸ ਸ਼ਾਹ ਨੇ ਕਿਹਾ ਉਹਦੀ ਪਹਿਲੀ ਪੰਕਤੀ ਦੇ ਨਾਲ ਹੀ ਮਿਲਦੀ ਆ ਕਿ ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨਹੀਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ। ਪਰ ਅਖੀਰ ਤੇ ਵਾਰਿਸ ਸ਼ਾਹ ਨੇ ਵੀ ਕਿਹਾ ਸੀ ਵੀ ਨਹੀਂ ਨਿਰਾਸ਼ ਨਹੀਂ ਹੋਣਾ, ਵਾਰਿਸ ਸ਼ਾਹ ਆਦਤਾਂ ਜਾਂਦੀਆਂ ਨੇ ਜੇ ਛੱਡੀਏ ਥੋੜੀਆਂ ਥੋੜੀਆਂ, ਅੱਗੇ ਜਾ ਕੇ ਉਹਨੇ ਕਹਿ ਦਿੱਤਾ, ਪਰ ਪਹਿਲੀ ਜ਼ਿਆਦੀ ਪ੍ਰਚਲਿਤ ਹੈ। ਸੂਰਦਾਸ ਜੀ ਦਾ ਜਿਹੜਾ ਉੱਥੇ ਬਾਕੀ ਸ਼ਬਦ ਆ ਉਹਦੇ ਵਿੱਚ ਉਹ ਇੱਦਾਂ ਵਿਗੜੇ ਬੰਦਿਆਂ ਦਾ ਜ਼ਿਕਰ ਕਰਦੇ ਆ ਔਰ ਉਹਨਾਂ ਦੀ ਤੁਲਨਾ ਪਸ਼ੂਆਂ ਦੇ ਨਾਲ ਵੀ ਕਰਦੇ, ਜਿਵੇਂ ਬਾਣੀ ਵਿੱਚ ਕੀਤੀ ਵੀ ਹੋਈ ਹੈ ਕਿ ਗੁਰ ਮੰਤਰ ਹੀ ਨਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ, ਕੂਕਰੈ ਸੂਕਰੈ ਗਰਦ ਬੇ ਕਾਕੈ ਸਰਪ ਨੇ ਤੁਲ ਖਲੇ। ਉਹ ਮੂਰਖ ਇਹਨਾਂ ਪਸ਼ੂਆਂ ਦੇ ਬਰਾਬਰ ਹੈ। ਇਹਦਾ ਸੂਰਦਾਸ ਜੀ ਨੇ ਉਸ ਸ਼ਬਦ ਵਿੱਚ ਇਹ ਗੱਲ ਤੇ ਕੀਤੀ, ਪਰ ਉਹਦੇ ਵਿੱਚੋਂ ਇਹ ਗੱਲ ਸਾਬਤ ਹੋ ਰਹੀ ਵੀ ਇਹਨਾਂ ਵਿਗੜਿਆਂ ਦਾ ਇਲਾਜ ਹੀ ਕੋਈ ਨਹੀਂ ਗਾ, ਵੀ ਇਹ ਵਿਗੜਿਆ ਤੇ ਸੁਧਰ ਨਹੀਂ ਸਕਦੇ, ਵੀ ਇਹ ਸਿੱਧੇ ਹੋ ਹੀ ਨਹੀਂ ਸਕਦੇ ਕੁੱਤੇ ਦੀ ਪੂਛ ਵਾਂਗ। ਤਾਂ ਇੱਥੇ ਹੁਣ ਵੇਖੋ ਸਾਰੰਗ ਮਹੱਲਾ ਪੰਜਵਾਂ, ਮਹੱਲਾ ਪੰਜਵਾਂ ਪੰਜਵੇਂ ਜਾਮੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਦੀ ਗੁਰਗੱਦੀ ਦੇ ਪੰਜਵੇਂ ਵਾਰਿਸ, ਪੰਜਵੇਂ ਮਹੱਲ ਵਿੱਚ, ਪੰਜਵੇਂ ਮਹੱਲ ਮੈਨੇ ਅਡੋਲ ਹਿਰਦਾ ਜਿੱਥੇ ਬਾਣੀ ਪ੍ਰਗਟ ਹੁੰਦੀ, ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਲਿਖ ਰਹੇ ਹਨ ਇਹ ਸ਼ਬਦ, ਪਰ ਅੱਗੇ ਸੂਰਦਾਸ ਦਾ ਨਾਮ ਹੀ ਹੈ।
ਕਿਉਂਕਿ ਉਹਦੀ ਰਚਨਾ ਦੇ ਵਿੱਚ ਸੁਧਾਰ ਕੀਤਾ ਹੋਇਆ, ਸਰਲੇਖ ਆਪਣਾ ਦਿੱਤਾ, ਪਰ ਅਖੀਰ ਤੇ ਸੂਰਦਾਸ ਦਾ ਨਾਂ ਹੀ ਆਏ। ਹਾਲਾਂਕਿ ਇੱਦਾਂ ਗੁਰਬਾਣੀ ਵਿੱਚ ਹੈ ਨਹੀਂ। ਜਿਹੜੀ ਗੁਰੂਆਂ ਦੀ ਬਾਣੀ ਉੱਥੇ ਨਾਨਕ ਦੀ ਮੋਹਰ ਛਾਪ ਹੀ ਲੱਗਦੀ ਕਿ ਉਹ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹਨ, ਗੁਰੂ ਨਾਨਕ ਦੀ ਵਿਚਾਰਧਾਰਾ ਨੂੰ ਲੈ ਕੇ ਚੱਲ ਰਹੇ ਹਨ। ਗੁਰੂ ਨਾਨਕ ਦਾ ਮਿਸ਼ਨ ਆ ਉਹਨਾਂ ਕੋਲੇ, ਉਹ ਗੁਰੂ ਨਾਨਕ ਦਾ ਰੂਪ ਹੀ ਆ, ਉਹ ਗੁਰੂ ਨਾਨਕ ਹੀ ਹਨ। ਪੰਜਵੇਂ, ਕਿਸੇ ਨੇ ਵੀ ਸਰਲੇਖ ਵਿੱਚ ਗੁਰੂ ਨੇ ਆਪਣਾ ਸਰਲੇਖ ਦੇ ਵਿੱਚ ਸਿਰਫ ਅੰਕ ਪਾ ਕੇ ਦੱਸਿਆ, ਆਪਣਾ ਨਾਮ ਨਹੀਂ ਵੇਖੋ ਲਿਖਿਆ, ਅੰਕ ਹੀ ਦੱਸਿਆ। ਪੰਜਵਾਂ ਪਾ ਕੇ ਚੌਥਾ, ਤੀਜਾ, ਦੂਜਾ, ਪਹਿਲਾ, ਨੌਵਾਂ ਅੰਕ ਪਾਇਆ। ਅਖੀਰ ਤੇ ਭਾਵੇਂ ਨੌਵੇਂ ਪਾਤਸ਼ਾਹ ਦੀ ਬਾਣੀ ਹੈ, ਸਰਲੇਖ ਵਿੱਚ ਨੌਵਾਂ ਲੈ ਕੇ ਅਖੀਰ ਤੇ ਨਾਨਕ ਦੀ ਮੋਹਰ ਛਾਪ ਹੀ ਲਾਉਂਦੇ। ਪਰ ਇੱਥੇ ਉਹਦੇ ਨਾਲ ਵੱਖਰੀ ਗੱਲ, ਪੰਜਵੇਂ ਪਾਤਸ਼ਾਹ ਜੀ ਨੇ ਉਹਨਾਂ ਦੀ ਜਿਹੜੀ ਪੰਕਤੀ ਢੁਕਦੀ ਉਹ ਤੇ ਉੱਪਰ ਲਿਖ ਦਿੱਤੀ, ਛਾੜ ਮਨ ਹਰ ਬੇਮੁਖਨ ਕੋ ਸੰਗ। ਫਿਰ ਜਿਹੜਾ ਉਹਨਾਂ ਦੀ ਅਗਲੀ ਰਚਨਾ ਸੀ ਜਿਹਦੇ ਵਿੱਚ ਥੋੜ੍ਹੀ ਜਿਹੀ ਕਚਿਆਈ ਸੀ, ਉਹਦੇ ਵਿੱਚ ਸੁਧਾਰ ਕਰ ਦਿੱਤਾ ਉਹਨਾਂ। ਗੱਲ ਸੂਰਦਾਸ ਨੇ ਕਹੀ ਆ ਉਹ, ਪਰ ਉਸ ਨੂੰ ਖੋਲ ਕੇ ਤੇ ਜਿੰਨੇ ਸੁਧਾਰ ਦੀ ਲੋੜ ਸੀ ਉਹ ਕਰਕੇ ਫਿਰ ਉਹ ਸ਼ਬਦ ਲਿਖਿਆ। ਆਪਾਂ ਉਹ ਸ਼ਬਦ ਦੇ ਦੀਦਾਰ ਕਰਦੇ ਹੁਣ। ਹਰ ਕੇ ਸੰਗ ਬਸੇ ਹਰ ਲੋਕ, ਵੀ ਜਿਹੜੇ ਹਰੀ ਦੇ ਸੰਗ ਵਸਦੇ ਹਨ, ਹਰੀ ਦੀ ਸੰਗਤ ਕਰਦੇ ਹਨ। ਹਰ ਜਿਹੜਾ ਹੈ ਉਹ ਜੋਤ ਸਰੂਪ ਹੈ। ਹਰ ਸਾਡੇ ਅੰਦਰ ਜੋਤ ਹੈ। ਉਸ ਜੋਤ ਦਾ ਗੁਣਵਾਚਕ ਨਾਮ ਹੈ ਹਰ। ਜਿੰਨੇ ਉਹਦੇ ਗੁਣ ਆ ਉਹਨੇ ਨਾਮ, ਜਿੰਨੇ ਉਹਦੇ ਨਾਮ ਆ ਉਹਨੇ ਉਹਦੇ ਗੁਣਾਂ ਨੂੰ ਉਜਾਗਰ ਕਰਦੇ। ਉਹਨੂੰ ਹਰ ਕਿਉਂ ਕਿਹਾ? ਹਰ ਬਹੁਤ ਆਉਂਦਾ ਕਿਉਂਕਿ ਉਹ ਸਾਨੂੰ ਹਰਿਆ ਭਰਿਆ ਰੱਖਦਾ। ਅਸੀਂ ਹਰੇ ਭਰੇ ਹੀ ਉਸ ਕਰਕੇ। ਬਨਸਪਤੀ ਵਿੱਚ ਵੀ ਹਰ ਦੀ ਜੋਤ ਹੈ। ਸੰਸਾਰ ਜਿਹੜਾ ਇੱਥੇ ਜੋ ਹਿੱਲ ਜੁਲ ਹੋ ਰਹੀ ਹੈ, ਜੀਵਨ ਰੌ ਰੁਮਕ ਰਹੀ ਹੈ, ਜਿੱਥੇ ਜੀਵਨ ਹੈ ਉੱਥੇ ਹਰ ਹੀ ਹਰਿਆ ਭਰਿਆ ਰੱਖ ਰਿਹਾ, ਤਾਂ ਉਹ ਜੋਤ ਹੈ ਹਰ। ਤੇ ਹਰ ਦੇ ਸੰਗ ਵਸਣਾ ਕੀ ਹੁੰਦਾ? ਜੀਵਨ ਤੇ ਉਹ ਦੇ ਰਿਹਾ। ਹਰੀ ਦੇ ਨਾਲ ਜਿਹੜਾ ਵਿਛੋੜਾ ਉਹ ਸੱਚ ਕਰਕੇ, ਗਿਆਨ ਕਰਕੇ, ਸਮਝ ਕਰਕੇ ਹੈ। ਹਰ ਦੇ ਵਿੱਚੋਂ ਇੱਕ ਤੇ ਸਾਨੂੰ ਜੀਵਨ ਦੇ ਰਿਹਾ ਉਹ, ਦੂਜਾ ਹਰ ਸਾਨੂੰ ਸੱਚ ਦਿੰਦਾ। ਉਹ ਸੱਚ ਦਾ ਸੋਮਾ ਹੈ, ਗਿਆਨ ਦਾ ਸੋਮਾ। ਪਰ ਮਨ ਉਹ ਤੋਂ ਬੇਮੁਖ ਹੈ। ਜਿਹੜੇ ਅੰਤਰਾਤਮਾ ਦੇ ਨਾਲ ਜੁੜੇ ਉਹੀ ਹਰ ਦੇ ਨਾਲ ਜੁੜੇ ਆ। ਪਰ ਆਪਣੇ ਅੰਦਰ ਜੁੜਨ ਵਾਸਤੇ ਗਿਆਨ ਬਾਹਰੋਂ ਲੈਣਾ ਪੈਂਦਾ, ਤਾਂ ਹੀ ਮਨੁੱਖ ਅੰਦਰ ਜੁੜਦਾ, ਇੱਕ ਹੁੰਦਾ। ਹਰ ਦੇ ਨਾਲ ਜੁੜਨ ਵਾਸਤੇ ਵੀ ਬਾਹਰੋਂ ਗਿਆਨ ਚਾਹੀਦਾ, ਸਤਿਗੁਰ ਦਾ, ਬਾਣੀ ਦਾ ਜੁੜਨਾ। ਭਾਵੇਂ ਅਸੀਂ ਆਪਣੇ ਅੰਦਰ ਹੀ ਅਵਸਥਾ ਸਾਡੇ ਜੀਵਨ ਵਿੱਚ ਅੰਦਰ ਹੀ ਬਣਨੀ ਹੈ। ਇਹ ਪਾਰਸ ਕਲਾ ਸਾਡੇ ਮਨੁੱਖ ਦੇ ਅੰਦਰ ਹੀ ਵਾਪਰਨੀ ਹੈ, ਪਰ ਸਤਿਗੁਰ ਦੀ ਕਿਰਪਾ ਗਿਆਨ ਦੀ ਬਾਹਰੋਂ ਹੁੰਦੀ। ਹਰ ਕੇ ਸੰਗ ਬਸੇ ਹਰ ਲੋਕ, ਜਿਹੜੇ ਹਰੀ ਦੇ ਜਨ ਹੈ, ਹਰੀ ਨੂੰ ਸਮਰਪਿਤ, ਉਹ ਹਰੀ ਦੇ ਸੰਗ ਵਸਦੇ ਹਨ। ਹਰੀ ਦੇ ਸੰਗ ਵਸਣ ਦਾ ਕੀ ਭਾਵ ਹੈ? ਹਰੀ ਤੇ ਸਾਡੇ ਅੰਗ ਸੰਗ ਹੈ, ਹਰੀ ਤੇ ਸਾਡੇ ਅੰਗ ਸੰਗ, ਪਰ ਅਸੀਂ ਉਹਨੂੰ ਅੰਗ ਸੰਗ ਸਮਝਦੇ ਨਹੀਂ। ਅਸੀਂ ਉਹਦੀ ਸੰਗਤ ਵਿੱਚ ਰਹਿੰਦੇ ਨਹੀਂ। ਉਹ ਕਿਵੇਂ ਰਹਿਣਾ? ਤਨ ਮਨ ਅਰਪ ਸਰਬਸ ਸਭ ਅਰਪਿਓ। ਜਿਨ੍ਹਾਂ ਨੇ ਆਪਣਾ ਤਨ ਮਨ ਧਨ ਉਸ ਨੂੰ ਅਰਪਣ ਕੀਤਾ ਹੋਇਆ, ਉਸ ਨੂੰ ਸਮਰਪਿਤ ਕੀਤਾ ਹੋਇਆ। ਜਿਹੜੇ ਆਪਣੇ ਮਨ ਦੀ ਨਹੀਂ ਸੁਣਦੇ, ਅੰਤਰਾਤਮਾ ਦੀ ਸੁਣਦੇ ਆ। ਤਨ ਮਨ ਅਰਪ ਸਰਬਸ ਸਭ ਅਰਪਿਓ, ਆਨੰਦ ਸਹਿਜ ਧੁਨ ਝੋਕ। ਜਿਹੜੇ ਹਰ ਦੇ ਨਾਲ ਜੁੜੇ ਉਹ ਆਨੰਦ ਵਿੱਚ ਰਹਿੰਦੇ, ਵਿਸਮਾਦ ਵਿੱਚ ਰਹਿੰਦੇ, ਅਚਰਜ ਅਵਸਥਾ ਦੇ ਧਾਰਨੀ ਹਨ ਤੇ ਟਿਕਾਓ ਵਿੱਚ ਰਹਿੰਦੇ, ਸਹਿਜ ਮੈਨੇ ਅਡੋਲ ਹਨ। ਉੱਥੇ ਹੀ ਰੱਖੋ ਅਜੇ। ਧੁਨ ਝੋਕ, ਉਹ ਹੁਲਾਰੇ ਲੈਂਦੇ। ਝੋਕ ਲੱਗ ਗਈ ਉਹ ਉਸ ਧੁਨੀ ਵਿੱਚ। ਜਿਵੇਂ ਆਪਾਂ ਨੂੰ ਜਦੋਂ ਕੀਰਤਨ ਹੁੰਦਾ ਬੜਾ ਚੰਗਾ ਲੱਗਦਾ, ਤੇ ਆਪਾਂ ਕਿਵੇਂ ਹੁਲਾਰਾ ਆਉਂਦਾ, ਆਤਮਿਕ ਹੁਲਾਰਾ ਆਉਂਦਾ। ਇੱਕ ਜਿਹਨੂੰ ਅੰਦਰੋਂ ਨਾਦ ਸੁਣ ਪੈਂਦਾ, ਜਿਨ੍ਹਾਂ ਨੂੰ ਸੱਚ ਦਾ ਨਾਦ, ਜਦੋਂ ਅੰਤਰਾਤਮਾ ਵਿੱਚੋਂ ਜਿਹੜੀ ਧੁਨ ਅੰਦਰੋਂ ਪ੍ਰਗਟ ਹੁੰਦੀ ਹੈ, ਸੱਚ ਦਾ ਗਿਆਨ, ਜਿਨ੍ਹਾਂ ਨੂੰ ਉਹ ਸੁਣ ਜਾਵੇ, ਉਹ ਉਸ ਦੀ ਮਸਤੀ ਦੇ ਵਿੱਚ ਹੁਲਾਰੇ ਲੈਂਦੇ। ਆਨੰਦ ਸਹਿਜ ਧੁਨ ਝੋਕ ਰਹਾਉ, ਦਰਸ਼ਨ ਪੇਖ ਭਏ ਨਿਰਵਿਖਈ, ਪਾਏ ਹੈ ਸਗਲੇ ਥੋਕ। ਉਹਨਾਂ ਨੇ ਦਰਸ਼ਨ ਪਰਸਿਆ। ਦਰਸ਼ਨ ਪੇਖ ਲਿਖਿਆ। ਦੇਖਣਾ ਬਾਹਰ ਹੁੰਦਾ ਹੈ, ਪੇਖਣਾ ਅੰਦਰ ਹੁੰਦਾ, ਪਰਸਨਾ ਅੰਦਰ ਹੁੰਦਾ। ਸੋ ਦਰਸ਼ਨ ਪਰਸੇ ਕਿਵੇਂ ਜਾਂਦੇ? ਹੁਣ ਉਹਦੀ ਜਿਹੜੀ ਰਹਾਉ ਵਾਲੀ ਪੰਕਤੀ ਉਹਦੀ ਵਿਆਖਿਆ ਕਰ ਰਿਹਾ। ਦਰਸ਼ਨ ਪਰਸਨੇ ਕੀ ਹੈ? ਦਰਸ਼ਨ ਪਰਸੇ ਹੈ ਗੁਰੂ ਕੈ ਜਨਮ ਮਰਨ ਦੁੱਖ ਜਾਏ। ਬਾਹਰੋਂ ਤੇ ਆਪਾਂ ਵੇਖਦੇ ਹੀ ਆ ਕੇ, ਪਰ ਬਾਹਰ ਵੇਖਣ ਵਿੱਚ ਤੇ ਅੰਦਰ ਦਰਸ਼ਨ ਪਰਸਨ ਵਿੱਚ ਫਰਕ ਕੀ ਹੈ?
ਉਹ ਸਤਿਗੁਰੂ ਜੀ ਨੇ ਕਿਹਾ ਸਤਿਗੁਰੂ ਨੂੰ ਸਭ ਕੋ ਵੇਖਦਾ। ਜਿਹੜਾ ਆਪਾਂ ਬਾਹਰੋਂ ਵੇਖਦੇ ਹਾਂ, ਮੱਥਾ ਟੇਕਦੇ ਹਾਂ, ਬੈਠਦੇ ਹਾਂ, ਆਪਣੀ ਜਗ੍ਹਾ ਚੰਗਾ ਹੈ, ਸਟਾਰਟਿੰਗ ਹੈ, ਸ਼ੁਰੂਆਤ ਹੈ। ਸਕੂਲੇ ਤੇ ਜਾਣਾ ਹੀ ਆ, ਪਰ ਸਕੂਲੇ ਜਾਣਾ ਉਦੋਂ ਹੀ ਸਫਲਾ ਹੁੰਦਾ ਹੈ ਜੇ ਅੱਗੇ ਬੰਦਾ ਕਲਾਸ 'ਚ ਬੈਠ ਕੇ ਪੜ੍ਹੇ ਵੀ। ਜੇ ਪੜ੍ਹਦਾ ਨਹੀਂ ਤਾਂ ਉਹਦੇ ਸਕੂਲੇ ਜਾਣਾ, ਵਰਦੀ ਪਾਉਣੀ, ਟਾਈਮ ਟੇਬਲ ਦੇ ਪਾਬੰਦ ਹੋਣਾ, ਗੈਰ ਹਾਜ਼ਰ ਵੀ ਨਾ ਹੋਣਾ, ਉਹਦੀ ਕੋਈ ਕੀਮਤ ਨਹੀਂ ਪੈਂਦੀ ਜੇ ਉਹਦੇ ਪੇਟ ਪੱਲੇ ਨਹੀਂ ਕੁਝ ਪਿਆ। ਸਤਿਗੁਰ ਨੂੰ ਸਭ ਕੋ ਵੇਖਦਾ, ਇੱਕ ਵੇਖਣਾ ਦੇਖਣਾ ਤੇ ਇੱਕ ਪੇਖਣਾ। ਸਤਿਗੁਰ ਨੂੰ ਸਭ ਕੋ ਵੇਖਦਾ, ਜੇਤਾ ਜਗਤ ਸੰਸਾਰ। ਆ ਪੂਰਾ ਮਤਾਲਿਆ ਵੇਖੋ ਕਰ ਦਿੱਤਾ, ਭੁਲੇਖਾ ਨਾ ਰਹਿ ਜੇ। ਡਿੱਠੇ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਬਾਹਰੋਂ ਆ ਕੇ ਦੀਦਾਰ ਕਰ ਲਏ, ਮੱਥਾ ਟੇਕ ਲਿਆ, ਬੈਠ ਗਏ। ਇਸ ਤੋਂ ਬਾਅਦ ਦਰਸ਼ਨ ਸ਼ੁਰੂ ਹੁੰਦਾ ਜੇ ਸ਼ਬਦ ਵਿਚਾਰ ਕੀਤੀ ਜਾਵੇ। ਜੇ ਕੁਝ ਸਮਝ ਆ ਰਿਹਾ ਵਾ ਤੇ ਦਰਸ਼ਨ ਪਰਸ ਰਹੇ ਆ, ਤੇ ਜੇ ਮਨ ਦੇ ਪੇਟ ਪੱਲੇ ਕੁਝ ਨਹੀਂ ਪੈ ਰਿਹਾ ਤੇ ਦਰਸ਼ਨ ਨਹੀਂ ਪਰਸ ਰਹੇ। ਹੋਰ ਵੀ ਬਾਣੀ ਵਿੱਚ ਇਸ ਦੀ ਪੰਕਤੀ ਵਿਆਖਿਆ ਕਰਦੀ ਹੈ, ਦਰਸ਼ਨ ਪੇਖਤ ਮੈਂ ਜੀਓ। ਮੈਂ ਦਰਸ਼ ਪੇਖ ਪੇਖ ਕੇ ਜਿਉਣਾ, ਮੈਨੂੰ ਆਤਮਿਕ ਜੀਵਨ ਮਿਲਦਾ। ਦਰਸ਼ਨ ਪੇਖਤ ਮੈਂ ਜੀਓ, ਕਿਵੇਂ? ਸੁਨ ਕਰ ਬਚਨ ਤੁਮਾਰੇ, ਸਤਿਗੁਰ ਮਨ ਤਨ ਮੇਰਾ ਠਾਰ ਥੀ। ਕੀਰਤਨ ਸੁਣ ਕੇ, ਕਥਾ ਸੁਣ ਕੇ, ਵਿਚਾਰ ਸੁਣ ਕੇ, ਤੇਰੇ ਬਚਨ ਉਪਦੇਸ਼ ਗਿਆਨ, ਜੋ ਵੀ ਜਿਸ ਰੂਪ ਦੇ ਵਿੱਚ ਵੀ ਬਾਣੀ ਸਮਝ ਆਉਂਦੀ ਤੇ ਮੇਰੇ ਤਨ ਮਨ ਨੂੰ ਠੰਡ ਪੈਂਦੀ, ਮੇਰੇ ਅੰਦਰ ਗਿਆਨ ਵੱਧਦਾ ਹੈ, ਗੁਣ ਵੱਧਦੇ, ਉਹ ਦਰਸ਼ਨ ਪਰਸਣੇ। ਬਾਹਰ ਜਿਹੜਾ ਹੈ ਉਹ ਵੇਖਣਾ ਹੈ। ਸਤਿਗੁਰੂ ਨੂੰ ਸਭ ਕੋ ਵੇਖਦਾ। ਇਸੇ ਤਰ੍ਹਾਂ ਹੀ ਗੁਰਬਾਣੀ ਵਿੱਚ ਭੇਖ ਆ ਤੇ ਵੇਸ ਆ। ਵੇਸ ਅੰਦਰ ਹੁੰਦਾ, ਭੇਖ ਬਾਹਰ ਹੁੰਦਾ। ਇਹ ਫਰਕ ਰੱਖਿਆ ਹੈ ਬ੍ਰਹਮ ਗਿਆਨ ਦੇਣ ਵਾਸਤੇ। ਹੁਣ ਆਪਾਂ ਉਸ ਸ਼ਬਦ ਤੇ ਆਉਂਦੇ, ਦਰਸ਼ਨ ਪੇਖ ਭਏ ਨਿਰਵਿਖਈ। ਹਾਂ, ਵਿਸ਼ੇ ਵਿਕਾਰਾਂ ਤੋਂ ਉਹੀ ਬਚਦਾ ਜਿਹੜਾ ਅੰਦਰੋਂ ਦਰਸ਼ਨ ਕਰਦਾ, ਜਿਹਦਾ ਮਨ ਅੰਦਰ ਸਮਝ ਕੇ ਵਿਸ਼ੇ ਵਿਕਾਰਾਂ ਨਾਲੋਂ ਦੂਰੀ ਬਣਾਉਂਦਾ ਤੇ ਗੁਣਾਂ ਦੇ ਨਾਲ ਨੇੜਤਾ ਕਰਦਾ, ਜਿਹੜੇ ਰੱਬੀ ਗੁਣ ਹਨ। ਦਰਸ਼ਨ ਪੇਖ ਕੇ ਕੀ ਹੋ ਗਏ? ਨਿਰਵਿਖਈ, ਵਿਸ਼ੇ ਵਿਕਾਰਾਂ ਤੋਂ ਨਿਰਲੇਪ ਹੋ ਗਏ, ਰਹਿਤ ਹੋ ਗਏ। ਪਾਏ ਹੈ ਸਗਲੇ ਥੋਕ। ਥੋਕ ਪਰਚੂਨ ਦੇ ਵਿੱਚ ਸਭ ਕੁਝ ਹੀ ਮਿਲ ਗਿਆ। ਜਿਹੜੀਆਂ ਖੁਸ਼ੀਆਂ ਮਾਇਆ ਵਿੱਚੋਂ ਚਾਹੁੰਦੇ ਆ, ਜਿਹੜੀਆਂ ਖੁਸ਼ੀਆਂ ਵਾਸਤੇ ਦੌੜ ਭੱਜ ਕਰਦੇ ਆ, ਮਾਇਆ ਦੇ ਨਾਲ ਜਿਹੜੀ ਖੁਸ਼ੀ ਮਿਲਦੀ ਆ, ਗਿਆਨ ਦੇ ਨਾਲ ਜਿਹੜੀ ਖੁਸ਼ੀ ਮਿਲਦੀ ਆ, ਉਹ ਥੋਕ ਦੇ ਵਿੱਚ ਹੀ ਸਮੁੱਚੇ ਤੌਰ ਤੇ ਸਾਰਾ ਕੁਝ ਹੀ ਮਿਲ ਜਾਂਦਾ ਜੇ ਬੰਦਾ ਅੰਦਰੋਂ ਜੋੜਨ ਦੀ ਕੋਸ਼ਿਸ਼ ਕਰੇ। ਆਨ ਵਸਤ ਸਿਉ ਕਾਜ ਨ ਕਛੂਐ, ਸੁੰਦਰ ਬਦਨ ਅਲੋਕ। ਹੋਰ ਵਸਤਾਂ ਨਾਲ ਉਹਨਾਂ ਦਾ ਕੋਈ ਵਾਹ ਵਾਸਤਾ ਨਹੀਂ ਹੁੰਦਾ। ਇਹ ਸੂਰਦਾਸ ਜੀ ਦੇ ਸ਼ਬਦ ਆ ਉਹਨਾਂ ਦਾ। ਤੇ ਸੂਰਦਾਸ ਜੀ ਨੇ ਜਦੋਂ ਉਹਨਾਂ ਨੂੰ ਗਿਆਨ ਹੋਇਆ, ਭਾਵੇਂ ਉਹ ਸੰਦੀਲਾ ਦੇ ਅਵਧ ਦੇ ਹਾਕਮ ਸਨ, ਕੌਣ ਏਡਾ ਵੱਡਾ ਅਹੁਦਾ ਛੱਡ ਦਿੱਤਾ ਸੀ ਕਿ ਨਹੀਂ, ਮੇਰਾ ਕੰਮ ਹੋਰ, ਮੈਨੂੰ ਨਾਮ ਦੇ ਵਿੱਚ ਹੀ ਇੰਨਾ ਰਸ ਆ ਰਿਹਾ, ਮੈਂ ਖੋਜ ਕਰਨੀ ਆ, ਬਾਕੀ ਵਸਤੂਆਂ ਨਾਲ ਵਾਹ ਵਾਸਤਾ ਹੀ ਨਹੀਂ ਰਹਿੰਦਾ। ਤੇ ਉਹ ਪਰਮੇਸ਼ਰ ਦੇ ਸੁੰਦਰ ਮੁਖੜੇ ਦੇ ਦੀਦਾਰ ਕਰਦੇ ਹਨ ਤੇ ਉਹਦੇ ਬਚਨ ਸੁਣਦੇ ਹਨ। ਉਹਦੀ ਬਾਣੀ ਹੀ ਪਰਮੇਸ਼ਰ ਦੀ ਬਾਣੀ, ਪਰਮੇਸ਼ਰ ਦੇ ਬੋਲ ਹਨ। ਸਿਆਮ ਸੁੰਦਰ ਤਜ ਆਨ ਜੋ ਚਾਹਤ, ਜਿਉ ਕੁਸ਼ਤੀ ਤਨ ਜੋਕ। ਜਿਹੜੇ ਸ਼ਿਆਮ ਸੁੰਦਰ ਪਰਮੇਸ਼ਰ ਨੂੰ, ਰੱਬ ਨੂੰ, ਗੁਰੂ ਨੂੰ ਛੱਡ ਕੇ ਹੋਰ ਚਾਹਤ ਰੱਖਦੇ ਆ, ਹੋਰ ਪਾਸੇ ਧਿਆਨ ਰੱਖਦੇ ਆ, ਉਹਨਾਂ ਦੀ ਤੇ ਹਾਲਤ ਉਹ ਆ ਜਿਵੇਂ ਕਿਸੇ ਕੋੜੀ ਨੂੰ ਜੋਕਾਂ ਚਿੰਬੜੀਆਂ ਹੋਣ। ਜੋਕ ਜਿਹੜਾ ਉਹ ਪਸ਼ੂਆਂ ਦਾ, ਕੋੜੀ ਦਾ ਗੰਦਾ ਖੂਨ ਹੀ ਪੀਂਦੀ ਹੈ। ਜਿਹੜੇ ਵਿਸ਼ੇ ਵਿਕਾਰਾਂ ਦੇ ਵਿੱਚੋਂ ਸੁੱਖ ਭਾਲਦੇ, ਜਿਨ੍ਹਾਂ ਦਾ ਧਿਆਨ ਉਧਰ ਲੱਗਾ ਨਾ, ਰੌਣਕ ਮੇਲੇ ਵੱਲ, ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਹਿਆ, ਚੇਤਨਾ ਆਇਓ ਪਾਰ ਬ੍ਰਹਮ ਸਰਪ ਕੀ ਜੋਨ ਗਿਆ। ਉਹ ਜੋਕਾਂ ਹੈ, ਕਿਸੇ ਕੋੜੀ ਨੂੰ ਚੰਬੜੀਆਂ ਹੋਈਆਂ। ਅੱਗੇ ਸਮਝਾਉਂਦੇ ਹਨ, ਸੂਰਦਾਸ ਮਨ ਪ੍ਰਭ ਹੱਥ ਲੀਨੋ, ਦੀਨੋ ਇਹ ਪਰ ਲੋਕ। ਸੂਰਦਾਸ ਜੀ ਸਮਝਾ ਰਹੇ ਹਨ ਕਿ ਜਿਹਦਾ ਮਨ ਪ੍ਰਭ ਦੇ ਚਰਨਾਂ ਦੇ ਨਾਲ ਜੁੜ ਗਿਆ, ਜਿਹੜਾ ਉਹਦੀ ਕਿਰਪਾ ਦਾ ਪਾਤਰ ਬਣ ਜਾਂਦਾ, ਜਿਹਦੇ ਅੰਦਰ ਇੱਛਾ ਹੁੰਦੀ ਹੈ ਦਰਸ਼ਨ ਦੀ, ਪ੍ਰਭ ਉਸ ਤੇ ਮਿਹਰ ਭਰਿਆ ਹੱਥ ਰੱਖ ਦਿੰਦਾ ਹੈ, ਉਸ ਨੂੰ ਆਪਣੇ ਹੱਥ ਵਿੱਚ ਲੈ ਲੈਂਦਾ ਹੈ। ਦੀਨੋ ਇਹ ਪਰਲੋਕ, ਉਹਦਾ ਲੋਕ ਦੇ ਨਾਲ ਪਰਲੋਕ ਵੀ ਸਹੇਲਾ ਹੋ ਜਾਂਦਾ। ਲੋਕ ਕੀ ਹੈ? ਸਰੀਰਕ ਤਲ ਤੇ ਜਿਉਣਾ, ਸੰਸਾਰਕ ਤਲ ਤੇ ਜਿਉਣਾ ਲੋਕ ਹੈ, ਪਰ ਆਤਮਿਕ ਤਲ ਤੇ ਜਿਉਣਾ ਪਰਲੋਕ ਹੈ। ਉਹ ਇਸ ਲੋਕ ਤੋਂ ਪਰੇ ਹਨ। ਮਨ ਦਿਸਦਾ ਨਹੀਂ, ਆਤਮਾ ਦਿਸਦੀ ਨਹੀਂ, ਸੁਰਤੀ ਬਿਰਤੀ ਦਿਸਦੀ ਨਹੀਂ, ਉਹ